ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਹਾਜ਼ਰ ਹੋਈਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਇ ਦੇ ਉੱਤੇ ਅਧਿਐਨ ਕਰ ਰਹੇ ਸੀ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਉੱਤੇ ਗੌਰ ਕਰ ਰਹੇ ਸੀ। ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ 70ਵੇਂ ਸਾਤੇ ਦੇ ਉੱਤੇ ਗੌਰ ਕੀਤਾ, ਜਿਸ ਦੇ ਵਿੱਚ ਅਸੀਂ ਦੋ ਰਾਜਕੁਮਾਰਾਂ ਦੀ ਸਮਾਨਤਾ, 70ਵੇਂ ਸਾਤੇ ਦਾ ਮੁਹਰਤ, ਮਹਾਨ ਕਲੇਸ਼ ਦੀ ਖਬਰ ਅਤੇ ਸ਼ਾਂਤੀ ਦੇ ਰਾਜ ਦੀ ਸ਼ੁਰੂਆਤ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਸ਼ਾਂਤੀ ਦੇ ਰਾਜ ਦੀ ਸ਼ੁਰੂਆਤ ਮਹਾਕਲੇਸ਼ ਦੇ ਅੰਤ ਤੋਂ ਬਾਅਦ ਹੋਏਗੀ ਅਤੇ ਇਹ ਸ਼ਾਂਤੀ ਦੇ ਰਾਜ ਦਾ ਰਾਜਾ ਪ੍ਰਭੂ ਯਿਸੂ ਮਸੀਹ ਜੀ ਆਪ ਹੋਣਗੇ। ਇਸ ਤੋਂ ਬਾਅਦ ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ 70 ਸਾਤਿਆਂ ਦੇ ਜੋੜ ਨੂੰ ਵੇਖਿਆ, ਜਿਸ ਦੇ ਵਿੱਚ ਅਸੀਂ ਪਰਮੇਸ਼ਰ ਦੇ ਲੋਕਾਂ ਦੀ ਨਿੱਤਤਾ, ਬੰਧੁਆਈ ਦਾ ਮਕਸਦ ਆਦਿ ਕਈ ਚੀਜ਼ਾਂ ਦੇ ਉੱਤੇ ਗੌਰ ਕੀਤਾ। ਸਾਡੇ ਅੱਜ ਦੇ ਅਧਿਐਨ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ ਅਸੀਂ ਉਸ ਦੇ ਚੌਥੇ ਦਰਸ਼ਨ ਦੇ ਉੱਤੇ ਗੌਰ ਕਰਾਂਗੇ। ਇਸ ਦੇ ਲਈ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 10 ਤੋਂ ਲੈ ਕੇ 12 ਅਧਿਆਇ ਦਾ ਇਕੱਠੇ ਕਰਕੇ ਅਧਿਐਨ ਕਰਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਦਿਲ ਵਿੱਚ ਲੜਾਈ। ਨੰਬਰ 2, ਸਵਰਗ ਦੇ ਵਿੱਚ ਲੜਾਈ। ਤਾਂ ਫਿਰ ਦੋਸਤੋ, ਆਓ ਆਪਣੇ ਪ੍ਰੋਗਰਾਮ ਨੂੰ ਛੇਤੀ ਨਾਲ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਵੱਲ ਲਗਾਉਂਦੇ ਹਾਂ ਔਰ ਆਪਣੇ ਆਪ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। घड़ियां परख दिया ईमान परखिया जावेगा तेरा
ਅਜਮਾਇਸ਼ਾਂ ਦੇ ਪਰਬਤ ਤੇ ਫਿਰ ਅਜਮਾਇਸ਼ਾਂ ਦੇ ਪਰਬਤ ਤੇ ਕੋਈ ਵਿਰਲਾ ਕਦਮ ਟਿਕਾਵੇਗਾ ਜਦ ਆਈਆਂ ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ तेरा ईमान ਤੇਰਾ ਈਮਾਨ ਮੇਰਾ ਨੰਬਰ 1 ਦਿਲ ਵਿੱਚ ਲੜਾਈ, ਨੰਬਰ 2 ਸਵਰਗ ਵਿੱਚ ਲੜਾਈ। ਮੇਰੀ ਮਨਪਸੰਦ ਇੱਕ ਕਹਾਣੀ ਹੈ ਜੋ ਰੋਬਿਨਸਨ ਕਰੂਸੋ ਦੀ ਕਹਾਣੀ ਹੈ। ਮੈਨੂੰ ਯਾਦ ਹੈ ਜਦ ਮੈਂ ਛੋਟਾ ਸੀ ਤਾਂ ਇਸ ਨੂੰ ਪੜ੍ਹਦਾ ਹੁੰਦਾ ਸੀ। ਇਸ ਕਹਾਣੀ ਦੇ ਇੱਕ ਭਾਗ ਵਿੱਚ ਰੋਬਿਨਸਨ ਕਰੂਸੋ ਆਪਣੇ ਇੱਕ ਆਦਮੀ ਫਰੀਡੇ ਨੂੰ ਮਸੀਹ ਵਿਸ਼ਵਾਸ ਦਾ ਸਿਧਾਂਤ ਦੱਸਦਾ ਹੈ। ਜਦ ਉਹ ਸ਼ੈਤਾਨ ਦੇ ਵਿਸ਼ੇ ਉੱਤੇ ਆਉਂਦਾ ਹੈ ਤਾਂ ਫਰੀਡੇ ਨੂੰ ਦੱਸਦਾ ਹੈ ਕਿ ਸ਼ੈਤਾਨ ਪਰਮੇਸ਼ਰ ਦਾ ਦੁਸ਼ਮਣ ਹੈ। ਉਸ ਦਾ ਮਕਸਦ ਸੰਸਾਰ ਵਿੱਚ ਪਰਮੇਸ਼ਰ ਦੇ ਮਕਸਦ ਵਿੱਚ ਖਲਲ ਪਾਉਣਾ ਹੈ। ਫਰੀਡੇ ਨੇ ਰੋਬਿਨਸਨ ਕਰੂਸੋ ਕੋਲੋਂ ਪੁੱਛਿਆ ਕਿ ਪਰਮੇਸ਼ਰ ਇੰਨਾ ਤਕੜਾ ਨਹੀਂ ਹੈ ਜਿੰਨਾ ਕਿ ਸ਼ੈਤਾਨ। ਕਰੂਸੋ ਨੇ ਉੱਤਰ ਦਿੱਤਾ, ਪਰਮੇਸ਼ਰ ਤਕੜਾ ਸੀ ਜਦ ਮਸੀਹ ਲੋਕ ਸ਼ੈਤਾਨ ਉੱਤੇ ਜਿੱਤ ਪਾਉਣ ਲਈ ਉਸ ਦੇ ਅੱਗੇ ਪ੍ਰਾਰਥਨਾ ਕਰਦੇ ਸੀ। ਫਰੀਡੇ ਇਸ ਗੱਲ ਤੋਂ ਸੰਤੁਸ਼ਟੀ ਨਹੀਂ ਪਾ ਸਕਿਆ ਅਤੇ ਉਸ ਨੇ ਪੁੱਛਿਆ, ਪਰ ਪਰਮੇਸ਼ਰ ਸ਼ੈਤਾਨ ਨੂੰ ਮਾਰ ਕਿਉਂ ਨਹੀਂ ਦਿੰਦਾ ਤਾਂ ਕਿ ਉਹ ਅੱਗੇ ਤੋਂ ਕੋਈ ਬੁਰਾਈ ਨਾ ਕਰ ਸਕੇ। ਕਰੂਸੋ ਪਰੇਸ਼ਾਨ ਹੋ ਗਿਆ ਅਤੇ ਉਹ ਨਾ ਸੁਣਨ ਦਾ ਬਹਾਨਾ ਕਰਨ ਲੱਗ ਪਿਆ। ਸਾਡੇ ਸਭ ਦੇ ਅੰਦਰ ਇਹ ਦੋਸ਼ ਹੈ। ਉਹ ਉਮੀਦ ਕਰ ਰਿਹਾ ਸੀ ਕਿ ਫਰੀਡੇ ਆਪਣੇ ਪ੍ਰਸ਼ਨ ਨੂੰ ਭੁੱਲ ਗਿਆ ਹੋਵੇਗਾ, ਪਰ ਉਹ ਤਾਂ ਲੰਮੇ ਸਮੇਂ ਤੱਕ ਯਾਦ ਰੱਖਣ ਵਾਲਾ ਸੀ ਅਤੇ ਨਹੀਂ ਭੁੱਲਿਆ। ਅੰਤ ਵਿੱਚ ਕਰੂਸੋ ਨੇ ਜਵਾਬ ਦਿੱਤਾ, ਠੀਕ ਹੈ, ਪਰਮੇਸ਼ਰ ਅੰਤ ਵਿੱਚ ਸ਼ੈਤਾਨ ਨੂੰ ਦੰਡ ਦੇਵੇਗਾ। ਹੁਣ ਤੱਕ ਫਰੀਡੇ ਖੁਸ਼ ਨਹੀਂ ਸੀ। ਉਸ ਨੇ ਆਖਿਆ, ਪਰ ਪਰਮੇਸ਼ਰ ਸ਼ੈਤਾਨ ਨੂੰ ਹੁਣੇ ਹੀ ਕਿਉਂ ਨਹੀਂ ਮਾਰ ਦਿੰਦਾ। ਮੈਂ ਸੋਚਦਾ ਹਾਂ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਫਰੀਡੇ ਦੀ ਸਮਾਨਤਾ ਵਾਂਗੂ ਇਹ ਪ੍ਰਸ਼ਨ ਹੋਵੇਗੇ। ਜਦ ਵੀ ਤੁਸੀਂ ਆਪਣੇ ਵਿਰੋਧੀ ਵੱਲੋਂ ਪਰੇਸ਼ਾਨੀ ਵਿੱਚ ਹੁੰਦੇ ਹੋ ਤਾਂ ਇਸ ਗੱਲ ਤੇ ਹੈਰਾਨ ਹੁੰਦੇ ਹੋ, ਪਰਮੇਸ਼ਰ ਹੁਣੇ ਹੀ ਸ਼ੈਤਾਨ ਨੂੰ ਕਿਉਂ ਨਹੀਂ ਮਾਰ ਦਿੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅੱਜ ਦੇ ਲੇਖ ਜੋ ਸਾਡੇ ਸਾਹਮਣੇ ਹੈ ਬਹੁਤ ਹੀ ਰੋਚਕ ਹੈ, ਕਿਉਂ ਜੋ ਇਹ ਉਹ ਪਰਦਾ ਹਟਾ ਕੇ ਸਾਡੀ ਸਹਾਇਤਾ ਕਰਦਾ ਹੈ ਕਿ ਅਸੀਂ ਜਗਤ ਵਿੱਚ ਉਹ ਦ੍ਰਿਸ਼ ਵੇਖ ਸਕੀਏ ਜਿੱਥੇ ਸ਼ੈਤਾਨ ਕੰਮ ਕਰਦਾ ਹੈ। ਇਸ ਲਈ ਸਾਨੂੰ ਦਾਨੀਏਲ ਦੇ 10ਵੇਂ ਅਧਿਆਇ ਵਿੱਚ ਜੋ ਹੋ ਰਿਹਾ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ। ਹੁਣ ਅਸੀਂ ਦਾਨੀਏਲ ਦੇ ਚੌਥੇ ਦਰਸ਼ਨ ਵਿੱਚ ਹਾਂ ਜੋ ਉਸ ਦਾ ਆਖਰੀ ਦਰਸ਼ਨ ਹੈ। ਅਸੀਂ ਅਧਿਆਇ 10 ਅਤੇ 11 ਅਤੇ 12 ਨੂੰ ਇਕੱਠਾ ਕਰਕੇ ਵੇਖਾਂਗੇ। ਦਾਨੀਏਲ ਦੇ 10ਵੇਂ ਅਧਿਆਇ ਨੂੰ ਸਮਝਣ ਦੇ ਲਈ ਦੋ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਚੀਜ਼ ਹੈ, ਨਬੀ ਦੇ ਮਨ ਵਿੱਚ ਲੜਾਈ ਚੱਲ ਰਹੀ ਹੈ। ਇਹ ਲੜਾਈ ਧਰਤੀ ਤੇ ਚੱਲ ਰਹੀ ਹੈ। ਨੰਬਰ 1, ਦਿਲ ਵਿੱਚ ਲੜਾਈ ਦਾ ਹੋਣਾ। ਜੇ ਤੁਸੀਂ ਇਸ ਅਧਿਆਇ ਦੀ ਰੂਪ ਰੇਖਾ ਨੂੰ ਸਮਝਣਾ ਚਾਹੁੰਦੇ ਹੋ ਤਾਂ ਇਹਦਾ ਖਾਕਾ ਬਣਾਉਣਾ ਬਹੁਤ ਆਸਾਨ ਹੈ। ਮਨ ਵਿੱਚ ਲੜਾਈ ਦਾ ਹੋਣਾ, ਸਵਰਗ ਵਿੱਚ ਲੜਾਈ ਦਾ ਹੋਣਾ। ਇਸ ਤਰ੍ਹਾਂ ਅਸੀਂ ਇਸ ਅਧਿਆਇ ਨੂੰ ਵੇਖਣ ਜਾ ਰਹੇ ਹਾਂ। ਪਹਿਲਾਂ ਅਸੀਂ ਜੋ ਦਾਨੀਏਲ ਦੇ ਮਨ ਵਿੱਚ ਲੜਾਈ ਹੋ ਰਹੀ ਹੈ ਉਸ ਨੂੰ ਵੇਖਾਂਗੇ। ਅਧਿਆਇ ਦੀ ਸ਼ੁਰੂਆਤ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਇਹ ਫਾਰਸ ਦਾ ਪਾਤਸ਼ਾਹ ਕੋਰਸ ਦਾ ਤੀਜਾ ਸਾਲ ਹੈ। ਇਹ ਸਾਨੂੰ ਇੰਨਾ ਮਹੱਤਵਪੂਰਨ ਨਜ਼ਰ ਨਹੀਂ ਆਉਂਦਾ, ਸਿਵਾਏ ਇਸ ਦੇ ਕਿ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਕੋਰਸ ਰਾਜਾ ਨੇ ਆਪਣੇ ਰਾਜ ਦੇ ਪਹਿਲੇ ਵਰ੍ਹੇ ਵਿੱਚ ਇਹ ਆਗਿਆ ਦਿੱਤੀ ਸੀ ਕਿ ਯਹੂਦੀ ਲੋਕ ਯਰੂਸ਼ਲਮ ਵਿੱਚ ਜਾ ਕੇ ਆਪਣੇ ਮੰਦਰ ਨੂੰ ਦੁਬਾਰਾ ਬਣਾਉਣ ਦੀ ਸ਼ੁਰੂਆਤ ਕਰਨ। ਉਸ ਨੇ ਇਹ ਉਦੇਸ਼ ਕੱਢਿਆ ਸੀ ਕਿ ਕੋਈ ਵੀ ਯਹੂਦੀ ਜੋ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ। ਜਿਸ ਤਰ੍ਹਾਂ ਅਸੀਂ ਅਧਿਆਇ ਨੂੰ ਖੋਲ੍ਹਦੇ ਹਾਂ, ਪੜ੍ਹਦੇ ਹਾਂ ਕਿ ਦਾਨੀਏਲ ਨੂੰ ਕੋਰਸ ਦੇ ਤੀਜੇ ਵਰ੍ਹੇ ਆਦੇਸ਼ ਨਿਕਲਣ ਦੇ 2 ਸਾਲ ਬਾਅਦ ਇੱਕ ਗੱਲ ਸੁਪਨੇ ਵਿੱਚ ਪ੍ਰਗਟ ਹੋਈ ਅਤੇ ਉਹ ਗੱਲ ਸੱਚੀ ਸੀ, ਅਰਥਾਤ ਬੜਾ ਜੰਗ ਹੋਣ ਵਾਲਾ ਸੀ। ਮੈਂ ਇੱਥੇ
ਜਰਾ ਰੁਕਣਾ ਚਾਹੁੰਦਾ ਹਾਂ। ਇਸ ਬਾਖਸ਼ ਦਾ ਅਰਥ ਹੈ ਕਿ ਦਾਨੀਏਲ ਨੇ ਆਪਣੇ ਅੰਦਰੂਨੀ ਜੀਵਨ ਵਿੱਚ ਇੱਕ ਵੱਡੀ ਲੜਾਈ ਨੂੰ ਮਹਿਸੂਸ ਕੀਤਾ ਅਤੇ ਦਰਸ਼ਨ ਨੂੰ ਸਮਝ ਲਿਆ। ਅਤੇ ਉਹਨਾਂ ਦਿਨਾਂ ਵਿੱਚ ਮੈਂ ਦਾਨੀਏਲ ਨੇ 3 ਸਾਤਿਆਂ ਤੋੜੀ ਸੋਕ ਕਰਦਾ ਰਿਹਾ। ਮੈਂ ਸਵਾਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਤੇ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ, ਇੱਥੋਂ ਤਿੱਕਰ ਜੋ 3 ਸਾਤੇ ਪੂਰੇ ਲੰਘ ਗਏ। ਜੋ ਦਾਨੀਏਲ ਦੇ ਜੀਵਨ ਵਿੱਚ ਹੋ ਰਿਹਾ ਸੀ ਉਹ ਇਹ ਹੈ, ਬਾਬਲ ਵਿੱਚ ਦਾਨੀਏਲ ਇਕੱਲਾ ਸੀ। ਬਾਬਲ ਵਿੱਚ ਕੁਝ ਯਹੂਦੀ ਤਾਂ ਰਹਿ ਗਏ ਸਨ, ਪਰ ਦਾਨੀਏਲ ਇਕੱਲਾ ਸੀ ਅਤੇ ਉਹ ਆਪਣੇ ਮਨ ਵਿੱਚ ਆਪਣੇ ਲੋਕਾਂ ਦੀ ਹਾਲਤ ਬਾਰੇ ਸੋਚ ਰਿਹਾ ਸੀ। ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਹਨਾਂ ਨਾਲ ਕੀ ਹੋ ਰਿਹਾ ਹੋਵੇਗਾ। ਸਭ ਤੋਂ ਪਹਿਲਾਂ ਜਦ ਕੋਰਸ ਨੇ ਯਹੂਦੀਆਂ ਨੂੰ ਯਰੂਸ਼ਲਮ ਜਾਣ ਦਾ ਮੌਕਾ ਦਿੱਤਾ ਕਿ ਉਹ ਜਾ ਕੇ ਆਪਣੇ ਮੰਦਰ ਨੂੰ ਦੁਬਾਰਾ ਬਣਾਉਣ, ਤਾਂ ਇਸ ਤਰ੍ਹਾਂ ਲੱਗਦਾ ਹੈ ਕਿ 50,000 ਲੋਕ ਵਾਪਸ ਗਏ ਜੋ ਆਪਣੀ ਮਰਜ਼ੀ ਨਾਲ ਗਏ। ਕਈ ਹਜ਼ਾਰ ਯਹੂਦੀ ਅਜੇ ਵੀ ਬਾਬਲ ਵਿੱਚ ਸਨ ਜਿਨ੍ਹਾਂ ਨੇ ਜਾਣਾ ਨਹੀਂ ਚਾਹਿਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਦਾਨੀਏਲ ਪਰੇਸ਼ਾਨ ਸੀ, ਕਿਉਂ ਜੋ ਉਸਦੇ ਲੋਕਾਂ ਨੇ ਵਾਪਸ ਜਾਣ ਵਿੱਚ ਦਿਲਚਸਪੀ ਨਹੀਂ ਵਿਖਾਈ। ਉਹਨਾਂ ਨੂੰ ਇੱਕ ਮੌਕਾ ਮਿਲਿਆ ਸੀ ਕਿ ਉਹ ਆਪਣੇ ਪਵਿੱਤਰ ਸ਼ਹਿਰ ਵਿੱਚ ਜਾ ਕੇ ਆਪਣੇ ਪਰਮੇਸ਼ਰ ਦੇ ਘਰ ਨੂੰ ਦੁਬਾਰਾ ਬਣਾਉਣ, ਜਦ ਕਿ ਆਪਣੀ ਬੰਦਵਾਈ ਦੇ ਦੌਰਾਨ ਇਸ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਉਹਨਾਂ ਨੂੰ ਮੌਕਾ ਮਿਲਿਆ ਸੀ, ਪਰ ਥੋੜੇ ਹੀ ਯਹੂਦੀ ਆਪਣੀ ਇੱਛਾ ਨਾਲ ਵਾਪਸ ਗਏ। ਹੁਣ ਰੂਪ-ਰੇਖਾ ਇਸ ਤਰ੍ਹਾਂ ਹੈ। ਆਜ਼ਰਾ 3 ਵਿੱਚ ਅਸੀਂ ਪੜ੍ਹਦੇ ਹਾਂ ਕਿ ਵਾਪਸ ਯਰੂਸ਼ਲਮ ਵਿੱਚ ਆ ਕੇ ਮੰਦਰ ਦੀਆਂ ਨੀਂਹਾਂ ਬਣਾਉਣ 2 ਸਾਲ ਲੱਗ ਗਏ। ਉਹ ਸਖਤ ਮਿਹਨਤ ਨਹੀਂ ਕਰ ਰਹੇ ਸਨ। ਜਦ ਤੁਸੀਂ ਆਜ਼ਰਾ ਅਧਿਆਇ 4 ਵਿੱਚ ਆਉਂਦੇ ਹੋ ਅਤੇ ਪੜ੍ਹਦੇ ਹੋ ਕਿ ਵਿਸ਼ਵਾਸਘਾਤੀ ਯਹੂਦੀ ਜੋ ਉੱਥੇ ਰਹਿੰਦੇ ਸਨ, ਉਹਨਾਂ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਦੇ ਕੰਮ ਵਿੱਚ ਕਲੇਸ਼ ਪਾਉਣ ਜੋ ਮੰਦਰ ਬਣਾ ਰਹੇ ਹਨ। ਆਜ਼ਰਾ ਦੀ ਕਿਤਾਬ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਦ ਦੇਸ਼ ਦੇ ਲੋਕ ਯਹੂਦਾ ਦੀ ਪ੍ਰਜਾ ਦੇ ਹੱਥ ਢਿੱਲੇ ਕਰਨ ਔਰ ਬਣਾਉਣ ਦੇ ਵੇਲੇ ਉਹਨਾਂ ਨੂੰ ਕਸ਼ਟ ਦੇਣ ਲੱਗੇ, ਤਾਂ ਕਿ ਫਾਰਸ ਦਾ ਰਾਜਾ ਫੋਰਸ਼ ਰਾਜਾ ਜੋ ਉਹਨਾਂ ਲਈ ਮਕਸਦ ਹੱਲ ਨਾ ਹੋ ਜਾਵੇ। ਦੂਜੇ ਸ਼ਬਦਾਂ ਵਿੱਚ, ਜੋ ਥੋੜੇ ਬਚੇ ਹੋਏ ਯਹੂਦੀ ਆਪਣੇ ਸ਼ਹਿਰ ਵਾਪਸ ਆਏ ਸੀ, 2 ਸਾਲਾਂ ਤੱਕ ਉਹਨਾਂ ਨੇ ਨੀਂਹ ਹੀ ਬਣਾਈ ਅਤੇ ਹੁਣ ਉਹ ਵਿਸ਼ਵਾਸਘਾਤੀ ਯਹੂਦੀ ਜੋ ਉੱਥੇ ਰਹਿੰਦੇ ਸੀ ਆਪਣੇ ਅਗੂਆਂ ਕੋਲ ਗਏ ਅਤੇ ਆਖਣ ਲੱਗੇ ਕਿ ਉਹ ਦੇਸ਼ਦਰੋਹੀ ਯਹੂਦੀ ਸ਼ਹਿਰ ਵਿੱਚ ਵਾਪਸ ਆ ਕੇ ਸ਼ਹਿਰ ਨੂੰ ਉਸਾਰ ਰਹੇ ਹਨ, ਉਹਨਾਂ ਨੂੰ ਰੋਕਿਆ ਜਾਵੇ। ਦਾਨੀਏਲ ਬਾਬਲ ਵਿੱਚ ਹੀ ਹਰ ਰੋਜ਼ ਆਪਣੇ ਲੋਕਾਂ ਲਈ ਪ੍ਰਾਰਥਨਾ ਕਰਦਾ ਸੀ ਤਾਂ ਕਿ ਪਰਮੇਸ਼ਰ ਦਾ ਅਨੁਗ੍ਰਹਿ ਉਹਨਾਂ ਉੱਤੇ ਬਣਿਆ ਰਹੇ। ਦਾਨੀਏਲ ਨੂੰ ਪਤਾ ਲੱਗਾ ਕਿ ਬਹੁਤ ਸਾਰੇ ਯਹੂਦੀ ਜੋ ਵਾਪਸ ਗਏ ਸਨ ਫਿਰ ਪਾਪ ਵਿੱਚ ਡਿੱਗ ਪਏ ਹਨ। ਉਹਨਾਂ ਨੇ ਵਿਦੇਸ਼ੀ ਔਰਤਾਂ ਨਾਲ ਸ਼ਾਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਹੀ ਕੰਮ ਕਰਨ ਲੱਗ ਪਏ ਜਿਨ੍ਹਾਂ ਕਰਕੇ ਉਹਨਾਂ ਨੂੰ ਬੰਦਵਾਈ ਵਿੱਚ ਜਾਣਾ ਪਿਆ ਸੀ। ਇੱਥੇ ਦਾਨੀਏਲ ਹੈ, ਪਰਮੇਸ਼ਰ ਦਾ ਜਨ, ਧਰਮੀ ਨਬੀ, ਅਤੇ ਉਹ ਕੀ ਕਰ ਸਕਦਾ ਸੀ? ਉਸ ਦਾ ਦਿਲ ਟੁੱਟਾ ਹੋਇਆ ਸੀ, ਉਸ ਉੱਪਰ ਬੋਝ ਸੀ, ਉਸ ਦੇ ਅੰਦਰ ਲੜਾਈ ਚੱਲ ਰਹੀ ਸੀ। ਦਾਨੀਏਲ ਬਹੁਤ ਦੁਖੀ ਸੀ, ਉਸ ਦੇ ਅੰਦਰ ਲੜਾਈ ਚੱਲ ਰਹੀ ਸੀ। ਸ਼ਾਸਤਰ ਦੱਸਦਾ ਹੈ, ਮੈਂ ਦਾਨੀਏਲ ਉਹਨਾਂ ਦਿਨਾਂ ਵਿੱਚ 3 ਸਾਤਿਆਂ ਤੋੜੀ ਸੋਕ ਕਰਦਾ ਰਿਹਾ। ਮੈਂ ਸਵਾਦ ਦੀ ਰੋਟੀ ਨਾ ਖਾਧੀ ਅਤੇ ਮੂੰਹ ਵਿੱਚ ਮਾਸ ਅਤੇ ਸ਼ਰਾਬ ਨਾ ਪਾਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ, ਇੱਥੋਂ ਤਿੱਕਰ ਜੋ 3 ਸਾਤੇ ਪੂਰੇ ਲੰਘ ਗਏ। ਉਹ ਬਾਹਰ ਲੋਕਾਂ ਵਿੱਚ ਨਹੀਂ ਗਿਆ, ਉਹ ਘਰ ਵਿੱਚ ਹੀ ਰਿਹਾ ਅਤੇ ਉਹ ਵਰਤ ਰੱਖ ਕੇ ਪ੍ਰਾਰਥਨਾ ਕਰਦਾ ਰਿਹਾ। ਉਸ ਨੇ ਆਪਣੇ ਲੋਕਾਂ ਲਈ ਆਪਣੇ ਦੁਖੀ ਦਿਲ ਪਰਮੇਸ਼ਰ ਅੱਗੇ ਖੋਲ੍ਹਿਆ। ਉਹਨਾਂ ਦੀ ਬੰਦਵਾਈ ਦਾ ਸਮੇਂ ਖਤਮ ਹੋਣ ਵਾਲਾ ਸੀ। ਉਹਨਾਂ ਨੂੰ ਉਹ ਸਿੱਖਣਾ ਚਾਹੀਦਾ ਸੀ ਜੋ ਪਰਮੇਸ਼ਰ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਸੀ। ਉਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਸੀ, ਉਹ ਇਸ ਮੌਕੇ ਨੂੰ ਗਵਾ ਰਹੇ ਸਨ। ਦਾਨੀਏਲ ਸ਼ਾਇਦ ਹੁਣ 90 ਸਾਲ ਦਾ ਸੀ ਅਤੇ ਜਦ ਉਸ ਨੇ ਆਪਣੇ ਲੋਕਾਂ ਦੇ ਕੰਮਾਂ ਨੂੰ ਵੇਖਿਆ ਤੇ ਆਪਣਾ ਮੂੰਹ ਪਰਮੇਸ਼ਰ ਵੱਲ ਕਰਕੇ ਕਹਿ ਰਿਹਾ ਸੀ, ਉਹ ਪਰਮੇਸ਼ਰ, ਮੈਨੂੰ ਕੀ ਕਰਨ ਦੀ ਜ਼ਰੂਰਤ ਹੈ? ਇਹਨਾਂ ਲੋਕਾਂ ਦਾ ਕੀ ਹੋਵੇਗਾ? ਮੈਨੂੰ ਇਹ ਗੱਲ ਬਹੁਤ ਅੱਛੀ ਲੱਗਦੀ ਹੈ ਕਿ ਜਦ ਦਾਨੀਏਲ ਆਪਣੇ ਦਿਲ ਵਿੱਚ ਦੁਖੀ ਸੀ, ਉਹ ਜਾਣਦਾ ਸੀ ਕਿ ਕਿੱਥੇ ਜਾਣਾ ਚਾਹੀਦਾ ਹੈ।
ਮੈਂ ਚਾਹੁੰਦਾ ਹਾਂ ਅਸੀਂ ਟੱਪ ਕੇ ਸ਼ਾਸਤਰ ਵਿੱਚ ਜਾ ਕੇ 12ਵੀਂ ਐਤ ਨੂੰ ਪੜ੍ਹੀਏ। ਤਾਂ ਦੂਤ ਨੇ ਮੈਨੂੰ ਆਖਿਆ, ਹੇ ਦਾਨੀਏਲ, ਨਾ ਡਰ, ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਸਮਝਣ ਲਈ ਅਤੇ ਆਪਣੇ ਪਰਮੇਸ਼ਰ ਦੇ ਅੱਗੇ ਅਧੀਨਗੀ ਕਰਨ ਲਈ ਆਪਣਾ ਮਨ ਲਗਾਇਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਹੀ ਗੱਲਾਂ ਲਈ ਮੈਂ ਆਇਆ ਹਾਂ। ਇਹ ਐ ਸਾਨੂੰ ਦੱਸਦੀ ਹੈ ਕੀ ਹੋਇਆ ਜਦ ਦਾਨੀਏਲ ਬੋਝ ਥੱਲੇ ਦੱਬ ਗਿਆ। ਜਦ ਤੁਸੀਂ ਬੋਝ ਹੇਠਾਂ ਦੱਬੇ ਜਾਂਦੇ ਹੋ ਤਾਂ ਕੀ ਕਰਦੇ ਹੋ? ਮੈਂ ਆਪਣੇ ਪੁਰਾਣੇ ਜੀਵਨ ਵੱਲ ਗੌਰ ਕੀਤਾ ਅਤੇ ਵੇਖਿਆ, ਜਦ ਮੈਂ ਕਦੇ ਬੋਝ ਹੇਠਾਂ ਦੱਬਿਆ ਗਿਆ ਸੀ ਤਾਂ ਮੈਂ ਆਪਣੇ ਕਿਸੇ ਦੋਸਤ ਕੋਲ ਚਲਾ ਜਾਂਦਾ ਸੀ। ਕੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ? ਤੁਸੀਂ ਜਾਣਦੇ ਹੋ, ਇਹ ਠੀਕ ਹੈ। ਹਰੇਕ ਨੂੰ ਜ਼ਰੂਰਤ ਹੈ ਕਿ ਉਸ ਦਾ ਕੋਈ ਮਿੱਤਰ ਹੋਵੇ ਤਾਂ ਕਿ ਉਹ ਉਸ ਕੋਲ ਜਾ ਕੇ ਆਪਣੇ ਦਿਲ ਦਾ ਬੋਝ ਹਲਕਾ ਕਰ ਸਕੇ। ਜਦ ਅਸੀਂ ਦੁਖੀ ਹੁੰਦੇ ਹਾਂ ਤਾਂ ਉਹ ਹਰ ਚੀਜ਼ ਕਰਦੇ ਹਾਂ, ਸਿਰਫ ਇੱਕ ਚੀਜ਼ ਨੂੰ ਛੱਡ ਕੇ ਜੋ ਪਰਮੇਸ਼ਰ ਨੇ ਸਾਡੇ ਲਈ ਉਪਲਬਧ ਕਰਾਈ ਹੈ। ਸ਼ਾਸਤਰ ਦੱਸਦਾ ਹੈ ਕਿ ਦਾਨੀਏਲ ਸਰੋਤ ਕੋਲ ਗਿਆ ਅਤੇ ਪ੍ਰਾਰਥਨਾ ਕਰਨ ਲੱਗ ਪਿਆ। ਉਸ ਨੇ ਪਰਮੇਸ਼ਰ ਦੇ ਅੱਗੇ ਆਤਮਿਕ ਪ੍ਰਾਰਥਨਾ ਕੀਤੀ। ਉਹ ਹਰ ਹਾਲ ਵਿੱਚ ਆਪਣੀ ਪ੍ਰਾਰਥਨਾ ਦਾ ਉੱਤਰ ਚਾਹੁੰਦਾ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਆਪਣੇ ਸ਼ਬਦਾਂ ਨਾਲ ਉੱਚੀ ਆਵਾਜ਼ ਵਿੱਚ ਪ੍ਰਾਰਥਨਾ ਕਰ ਰਿਹਾ ਸੀ। ਮੈਂ ਨਹੀਂ ਸੋਚਦਾ ਕਿ ਉਹ ਆਪਣੇ ਮਨ ਵਿੱਚ ਪ੍ਰਾਰਥਨਾ ਕਰਦਾ ਹੋਵੇਗਾ। ਮੈਂ ਸੋਚਦਾ ਹਾਂ ਉਸ ਨੇ ਕੋਈ ਵੀ ਸੁਨਸਾਨ ਜਗ੍ਹਾ ਲੱਭੀ ਹੋਵੇਗੀ ਤਾਂ ਕਿ ਕੋਈ ਉਸ ਨੂੰ ਸੁਣ ਨਾ ਸਕੇ ਅਤੇ ਉਸ ਨੇ ਆਪਣਾ ਦਿਲ ਖੋਲ੍ਹ ਕੇ ਪ੍ਰਭੂ ਅੱਗੇ ਰੱਖਿਆ ਹੋਵੇਗਾ। ਇਸ ਲਈ ਦੂਤ ਨੇ ਉਸ ਨੂੰ ਆਖਿਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਮੈਂ ਤੇਰੀਆਂ ਗੱਲਾਂ ਦੇ ਲਈ ਆਇਆ ਹਾਂ। ਇਹ ਉਸ ਦੀ ਪ੍ਰਾਰਥਨਾ ਹੀ ਸੀ ਜਿਸ ਦੇ ਕਾਰਨ ਦੂਤ ਨੂੰ ਉੱਤਰ ਲੈ ਕੇ ਹੇਠਾਂ ਆਉਣਾ ਪਿਆ। ਇਸ ਬਾਰੇ ਬਹੁਤ ਵਿਚਾਰ ਕੀਤੇ ਗਏ ਹਨ ਕਿ ਇਹ ਸੰਦੇਸ਼ ਵਾਹਕ ਜੋ ਸਵਰਗ ਤੋਂ ਆਇਆ ਕੌਣ ਸੀ। ਅਸੀਂ ਐਤ 5 ਅਤੇ 8 ਵਿੱਚ ਪੜ੍ਹਦੇ ਕਿ ਦਾਨੀਏਲ ਪ੍ਰਾਰਥਨਾ ਕਰ ਰਿਹਾ ਸੀ ਅਤੇ ਉਹ ਦਰਸ਼ਨ ਦੇ ਵੇਲੇ ਇਕੱਲਾ ਸੀ ਅਤੇ ਇੱਕ ਮਹਾਨ ਦਰਸ਼ਨ ਵੇਖਦਾ ਹੈ ਜੋ ਐਤ 8 ਵਿੱਚ ਬਿਆਨ ਹੈ। ਮੇਰੇ ਵਿੱਚ ਕੁਝ ਬਲ ਨਾ ਰਿਹਾ ਅਤੇ ਮੈਂ ਉਸ ਦੀ ਆਵਾਜ਼ ਅਤੇ ਗੱਲਾਂ ਸੁਣੀਆਂ ਅਤੇ ਮੈਂ ਉਸ ਦੀ ਆਵਾਜ਼ ਅਤੇ ਗੱਲਾਂ ਸੁਣਦੇ ਵੇਲੇ ਘੂਕ ਨੀਂਦਰ ਵਿੱਚ ਮੂੰਹ ਭਰਨੇ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ ਅਤੇ ਵੇਖੋ ਇੱਕ ਹੱਥ ਨੇ ਮੈਨੂੰ ਆ ਛੂਹਿਆ ਅਤੇ ਮੈਨੂੰ ਗੋਡਿਆਂ ਔਰ ਤਲੀਆਂ ਉੱਤੇ ਬਿਠਾਇਆ। ਅਤੇ ਜੇ ਤੁਸੀਂ ਹੁਣ ਪਿੱਛੇ ਜਾ ਕੇ 5ਵੀਂ ਐਤ ਨੂੰ ਵੇਖੋ, ਜਿੱਥੇ ਦਾਨੀਏਲ ਇੱਕ ਦਰਸ਼ਨ ਵੇਖਦਾ ਹੈ ਜੋ ਦੂਤ ਹੇਠਾਂ ਆਉਂਦਾ ਹੈ। ਉਸ ਦਾ ਰੂਪ ਕੁਝ ਪ੍ਰਭੂ ਯਿਸੂ ਮਸੀਹ ਵਰਗਾ ਸੀ। ਉਹ ਦੱਸਦਾ ਹੈ ਅਤੇ ਮੈਂ ਅੱਖੀਆਂ ਉਘਾੜ ਕੇ ਡਿੱਠਾ ਅਤੇ ਕੀ ਵੇਖਦਾ ਹਾਂ, ਜੋ ਇੱਕ ਮਨੁੱਖ ਸੂਤੀ ਲੀੜੇ ਪਾਏ ਹੋਏ, ਜਿਹਦੇ ਲੱਕ ਨਾਲ ਉਫਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਖਲੋਤਾ ਹੈ। ਉਹਦਾ ਸਰੀਰ ਬਰੁਜ ਵਰਗਾ ਅਤੇ ਉਹਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹਦੀਆਂ ਅੱਖੀਆਂ ਦੋ ਜਗਦਿਆਂ ਦੀਵਿਆਂ ਵਰਗੀਆਂ ਸਨ। ਉਸ ਦੀਆਂ ਬਾਹਾਂ ਅਤੇ ਉਸ ਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸ ਦੀਆਂ ਗੱਲਾਂ ਕਰਨ ਦੀ ਆਵਾਜ਼ ਇਹੋ ਜਿਹੀ ਸੀ ਜਿਵੇਂ ਭੀੜ ਦੀ ਹੈ। ਸ਼ਾਸਤਰ ਦੱਸਦਾ ਹੈ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੇ ਉਸ ਨੂੰ ਛੂਹਿਆ ਅਤੇ ਗੋਡਿਆਂ ਅਤੇ ਤਲੀਆਂ ਉੱਤੇ ਬਿਠਾਇਆ ਅਤੇ ਆਖਿਆ, ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਥੇ ਇੱਕ ਚੀਜ਼ ਵੱਲ ਧਿਆਨ ਕਰੋ। ਇਹ ਦੂਤ ਜੋ ਸਵਰਗ ਤੋਂ ਆਇਆ ਸੀ, ਕੁਝ ਆਖਦੇ ਹਨ ਕਿ ਇਹ ਪੁਰਾਣੇ ਨੇਮ ਵਿੱਚ ਪਰਮੇਸ਼ਰ ਦਾ ਪੁੱਤਰ ਸੀ। ਜਦ ਮੈਂ ਇਸ ਲੇਖ ਨੂੰ ਪੜ੍ਹਿਆ ਸੀ ਅਤੇ ਸੋਚਿਆ ਕਿ ਇਹ ਸੱਚ ਹੈ, ਜਿਸ ਤਰ੍ਹਾਂ ਕਿ ਤੁਸੀਂ ਵੀ ਇਸ ਦੂਤ ਦਾ ਲਿਬਾਸ ਅਤੇ ਰੂਪ ਵੇਖ ਕੇ ਵਿਸ਼ਵਾਸ ਕਰੋਗੇ ਕਿ ਇਹ ਪਰਮੇਸ਼ਰ ਦਾ ਪੁੱਤਰ ਸੀ। ਪਰ ਇਸ ਹਫ਼ਤੇ ਮੈਨੂੰ ਵਿਸ਼ਵਾਸ ਕਰਨਾ ਪਿਆ ਕਿ ਇਹ ਪ੍ਰਭੂ ਨਹੀਂ ਸੀ, ਕਿਉਂ ਜੋ ਸ਼ਾਸਤਰ ਐਤ 13 ਵਿੱਚ ਆਖਦਾ ਹੈ ਕਿ ਦੂਤ ਨੇ ਉਸ ਨੂੰ ਦੱਸਿਆ, ਪਰ ਫਾਰਸ ਦੇ ਰਾਜ ਦੇ ਪ੍ਰਧਾਨ ਨੇ ਮੈਨੂੰ 21 ਦਿਨਾਂ ਤੀਕਰ ਅਟਕਾ ਛੱਡਿਆ। ਮੇਰਾ ਪ੍ਰਭੂ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ। ਮੈਂ ਨਹੀਂ ਸੋਚ ਸਕਦਾ ਕਿ ਮੇਰੇ ਪ੍ਰਭੂ ਨੂੰ ਸ਼ੈਤਾਨ ਦਾ ਕੋਈ ਪ੍ਰਧਾਨ 21 ਦਿਨ ਤੀਕਰ ਅਟਕਾ ਸਕੇ। ਅਸੀਂ ਇੱਥੇ ਵੇਖਿਆ ਕਿ ਦਾਨੀਏਲ ਪ੍ਰਾਰਥਨਾ ਕਰ ਰਿਹਾ ਹੈ। ਉਸ ਦੇ ਦਿਲ ਵਿੱਚ ਬਹੁਤ ਬੋਝ ਹੈ।
ਉਸ ਦੇ ਮਨ ਵਿੱਚ ਲੜਾਈ ਚੱਲ ਰਹੀ ਹੈ, ਉਹ ਪਰਮੇਸ਼ਰ ਅੱਗੇ ਆਪਣਾ ਮੂੰਹ ਖੋਲ੍ਹਦਾ ਹੈ। ਪਰਮੇਸ਼ਰ ਉਸ ਨੂੰ ਉੱਤਰ ਦਿੰਦਾ ਹੈ ਅਤੇ ਦੂਤ ਨੂੰ ਹੇਠਾਂ ਭੇਜਦਾ ਹੈ। ਹੁਣ ਜੋ ਮਜ਼ੇਦਾਰ ਚੀਜ਼ ਹੋ ਰਹੀ ਹੈ ਉਹ ਇਹ ਹੈ, ਜਦ ਦਾਨੀਏਲ ਦੇ ਮਨ ਵਿੱਚ ਲੜਾਈ ਚੱਲ ਰਹੀ ਹੈ ਤਾਂ ਆਕਾਸ਼, ਸਵਰਗ ਵਿੱਚ ਕੀ ਕੁਝ ਹੋ ਰਿਹਾ ਹੈ, ਅਤੇ ਇਸ ਨੂੰ ਅਸੀਂ ਤਦ ਤੱਕ ਨਹੀਂ ਸਮਝ ਸਕਦੇ ਜਦ ਤੱਕ 13ਵੀਂ ਐਤ ਨੂੰ ਅਸੀਂ ਨਹੀਂ ਪੜ੍ਹਦੇ। ਨੰਬਰ 2, ਸਵਰਗ ਵਿੱਚ ਲੜਾਈ। ਐਤ 13, ਦੂਤ ਆਉਂਦਾ ਹੈ। ਤੁਸੀਂ ਜਾਣਦੇ ਹੋ, ਦਾਨੀਏਲ ਕਦੇ ਸੋਚ ਨਹੀਂ ਸਕਦਾ ਕਿ ਉਸ ਨੂੰ ਪਰਮੇਸ਼ਰ ਕੋਲੋਂ ਉੱਤਰ 21 ਦਿਨਾਂ ਬਾਅਦ ਮਿਲੇਗਾ। ਪਿਛਲੀ ਵਾਰ ਜਦ ਉਸ ਨੇ ਪ੍ਰਾਰਥਨਾ ਕੀਤੀ ਸੀ, ਸ਼ਾਸਤਰ ਦੱਸਦਾ ਹੈ, ਜਿਸ ਤਰ੍ਹਾਂ ਉਸ ਨੇ ਆਪਣਾ ਮੂੰਹ ਖੋਲ੍ਹ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀ, ਪਰਮੇਸ਼ਰ ਨੇ ਉਸ ਨੂੰ ਪ੍ਰਾਰਥਨਾ ਦੇ ਵਿਚਕਾਰ ਹੀ ਉਸ ਨੂੰ ਉੱਤਰ ਦੇ ਦਿੱਤਾ ਸੀ। ਪਰ ਹੁਣ ਉਹ 21 ਦਿਨ ਤੱਕ ਪ੍ਰਾਰਥਨਾ ਕਰਦਾ ਰਿਹਾ, ਪਰ ਕੁਝ ਨਾ ਹੋਇਆ। ਇਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਿ ਪਰਮੇਸ਼ਰ ਬੋਲ ਰਿਹਾ ਹੈ। ਅਚਾਨਕ 21 ਦਿਨ ਬਾਅਦ ਉਸ ਨੂੰ ਸਵਰਗ ਦੂਤ ਵਿਖਾਈ ਦਿੱਤਾ। ਮੈਂ ਮਹਿਸੂਸ ਕਰਦਾ ਹਾਂ ਕਿ ਦਾਨੀਏਲ ਨੇ ਉਸ ਨੂੰ ਆਖਿਆ ਹੋਵੇਗਾ, ਹੁਣ ਤੱਕ ਤੂੰ ਕਿੱਥੇ ਸੀ? ਅਤੇ ਦੂਤ ਹੁਣ ਉਸ ਨੂੰ ਦੱਸ ਰਿਹਾ ਹੈ ਕਿ ਉਹ ਉਸ ਦੀ ਪ੍ਰਾਰਥਨਾ ਦਾ ਉੱਤਰ 21 ਦਿਨ ਬਾਅਦ ਕਿਉਂ ਲੈ ਕੇ ਆਇਆ। ਐਤ 13, ਪਰ ਫਾਰਸ ਦੇ ਰਾਜ ਦੇ ਪ੍ਰਧਾਨ ਨੇ ਮੈਨੂੰ 21 ਦਿਨਾਂ ਤੱਕ ਅਟਕਾ ਛੱਡਿਆ। ਬੇਕ ਮਿਕਾਇਲ, ਜੋ ਪ੍ਰਧਾਨਾਂ ਵਿੱਚੋਂ ਵੱਡਾ ਹੈ, ਮੇਰੀ ਸਹਾਇਤਾ ਨੂੰ ਪਹੁੰਚਿਆ, ਸੋ ਮੈਂ ਉੱਥੇ ਫਾਰਸ ਦੇ ਰਾਜਾ ਨਾਲ ਹੀ ਰਿਹਾ। ਮੈਂ ਨਹੀਂ ਸਮਝਦਾ ਕਿ ਕਿਸੇ ਜਗ੍ਹਾ ਤੇ ਬਾਈਬਲ ਵਿੱਚ ਇਹੋ ਜਿਹੀ ਗੱਲ ਬਿਆਨ ਕੀਤੀ ਗਈ ਹੈ। ਸ਼ੈਤਾਨ ਨੇ ਆਕਾਸ਼ ਅਤੇ ਪ੍ਰਿਥਵੀ ਦੇ ਵਿਚਕਾਰ ਦਾਨੀਏਲ ਦੀ ਪ੍ਰਾਰਥਨਾ ਦੇ ਉੱਤਰ ਨੂੰ ਰੋਕ ਕੇ ਰੱਖਿਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਸਮਝ ਜਾਓ ਕਿ ਕੀ ਹੋਇਆ। ਦਾਨੀਏਲ ਨੇ ਧਰਤੀ ਉੱਤੇ ਪ੍ਰਾਰਥਨਾ ਕੀਤੀ, ਪਰਮੇਸ਼ਰ ਨੇ ਸਵਰਗ ਵਿੱਚ ਸੁਣੀ ਅਤੇ ਉੱਤਰ ਦਿੱਤਾ। ਉਸ ਨੇ ਦਾਨੀਏਲ ਨੂੰ ਉੱਤਰ ਦੇਣ ਲਈ ਸਵਰਗ ਦੂਤ ਨੂੰ ਭੇਜਿਆ ਅਤੇ ਆਕਾਸ਼ ਅਤੇ ਧਰਤੀ ਦੇ ਵਿਚਕਾਰ ਸਵਰਗ ਦੂਤ ਨੂੰ ਦੁਸ਼ਟ ਦੂਤ ਨੇ ਰੋਕਿਆ ਅਤੇ ਆਕਾਸ਼ ਵਿੱਚ ਇਹਨਾਂ ਦਾ ਯੁੱਧ ਹੋਇਆ ਅਤੇ 21 ਦਿਨ ਬਾਅਦ ਇਹ ਸਵਰਗ ਦੂਤ ਧਰਤੀ ਤੇ ਯਾਤਰਾ ਲਈ ਜਾ ਸਕਿਆ। ਤੁਸੀਂ ਆਖ ਸਕਦੇ ਹੋ, ਜ਼ਰਮੀਆਂ, ਇਸ ਤਰ੍ਹਾਂ ਦੀ ਚੱਕੀ ਗੱਲ ਮੈਂ ਕਦੇ ਆਪਣੇ ਜੀਵਨ ਵਿੱਚ ਨਹੀਂ ਸੁਣੀ। ਪਰ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਤੱਤ ਨੂੰ ਸਮਝੀਏ। ਕੀ ਤੁਸੀਂ ਜਾਣਦੇ ਹੋ ਕਿ ਸ਼ੈਤਾਨ ਕੋਲ ਆਪਣੇ ਦੂਤ ਹਨ? ਬਾਰ-ਬਾਰ ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ੈਤਾਨ ਦੇ ਆਪਣੇ ਦੂਤ ਹਨ। ਪ੍ਰਕਾਸ਼ ਦੀ ਪੋਥੀ 12 ਅਧਿਆਇ 7 ਵਚਨ ਦੱਸਦਾ ਹੈ, ਫਿਰ ਸਵਰਗ ਵਿੱਚ ਯੁੱਧ ਹੋਇਆ, ਮਿਕਾਇਲ ਅਤੇ ਉਹਦੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ ਅਤੇ ਅਜਗਰ ਲੜਿਆ, ਨਾਲੇ ਉਹਦੇ ਦੂਤ। ਫਿਰ ਅਸੀਂ ਮਤੀ 25 ਅਧਿਆਇ 41 ਵਿੱਚ ਵੀ ਪੜ੍ਹਦੇ ਹਾਂ, ਤਦ ਜਿਹੜੇ ਖੱਬੇ ਪਾਸੇ ਹੋਣ ਉਹਨਾਂ ਨੂੰ ਵੀ ਕਹਾਂਗਾ, ਹੇ ਸਰਾਪੋ, ਮੇਰੇ ਕੋਲੋਂ ਉਸ ਸੰਦੀਪਕ ਅੱਗ ਵਿੱਚ ਚਲੇ ਜਾਓ। ਕੌਣ? ਸ਼ੈਤਾਨ ਅਤੇ ਉਸ ਦੇ ਦੂਤ। ਫਾਰਸ ਦੇ ਰਾਜਾ ਦਾ ਪ੍ਰਧਾਨ ਸਪਸ਼ਟ ਹੈ ਕਿ ਉਹ ਮਨੁੱਖ ਨਹੀਂ ਹੈ, ਜਿਸ ਦੇ ਬਾਰੇ ਐਤ 13 ਵਿੱਚ ਆਖਿਆ ਗਿਆ ਹੈ, ਕਿਉਂ ਜੋ ਮਨੁੱਖ ਪਰਮੇਸ਼ਰ ਦੇ ਸੰਦੇਸ਼ਵਾਹਕ ਨੂੰ 21 ਦਿਨ ਰੋਕ ਨਹੀਂ ਸਕਦਾ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਅੰਤ ਤੱਕ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਰਹੇ ਸੀ ਕਿ ਸ਼ੈਤਾਨ ਨੇ ਸਾਰੀ ਧਰਤੀ ਦੇ ਲੋਕਾਂ ਨੂੰ ਮੁਸੀਬਤ ਵਿੱਚ ਪਾਇਆ ਹੋਇਆ ਹੈ ਅਤੇ ਉਹਨਾਂ ਤੋਂ ਪਾਪ ਕਰਵਾਉਂਦਾ ਹੈ। ਤਾਂ ਕਿਆ ਪਰਮੇਸ਼ਰ ਸ਼ੈਤਾਨ ਨੂੰ ਖਤਮ ਨਹੀਂ ਕਰ ਸਕਦਾ? ਇਸ ਦੇ ਜਵਾਬ ਨੂੰ ਹਾਸਿਲ ਕਰਨ ਦੇ ਲਈ ਅੱਜ ਅਸੀਂ ਆਪਣੇ ਅਧਿਐਨ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ ਉਸ ਦੇ ਚੌਥੇ ਦਰਸ਼ਨ ਦੇ ਉੱਤੇ ਗੌਰ ਕੀਤਾ। ਇਹ ਦਾਨੀਏਲ ਨਬੀ ਦਾ ਆਖਰੀ ਦਰਸ਼ਨ ਹੈ। ਇਸ ਦੇ ਲਈ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 10 ਤੋਂ ਲੈ ਕੇ 12 ਅਧਿਆਇ ਦਾ ਇਕੱਠੇ ਅਧਿਐਨ ਕੀਤਾ। ਦਾਨੀਏਲ ਦੇ 10ਵੇਂ ਅਧਿਆਇ ਨੂੰ ਸਮਝਣ ਦੇ ਲਈ ਦੋ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਹਿਲੀ ਚੀਜ਼ ਜਿਹਨੂੰ ਕਿ ਅਸੀਂ ਸਮਝਿਆ ਉਹ ਸੀ ਕਿ ਨਬੀ ਦੇ ਮਨ ਵਿੱਚ ਲੜਾਈ ਚੱਲ ਰਹੀ ਹੈ। ਇਹ ਲੜਾਈ ਧਰਤੀ ਦੇ ਉੱਤੇ ਚੱਲ ਰਹੀ ਹੈ। ਅਸੀਂ ਦਾਨੀਏਲ ਦੇ ਮਨ ਵਿੱਚ ਚੱਲ ਰਹੀ ਲੜਾਈ ਦੇ ਉੱਤੇ ਗੌਰ ਕੀਤਾ। ਅਸੀਂ ਜਾਣਿਆ ਕਿ ਫਾਰਸ ਦਾ ਰਾਜਾ ਕੋਰਸ ਯਹੂਦੀਆਂ ਨੂੰ ਯਰੂਸ਼ਲਮ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਭਵਨ ਦੀ ਉਸਾਰੀ ਕਰਨ ਨੂੰ ਕਹਿੰਦਾ ਹੈ। ਜਿਹੜਾ ਵੀ ਯਹੂਦੀ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ। ਪਰ ਦਾਨੀਏਲ ਨਬੀ ਨੂੰ ਸੁਪਨੇ ਦੇ ਵਿੱਚ ਇਹ ਗੱਲ ਪ੍ਰਗਟ ਹੁੰਦੀ ਹੈ ਕਿ ਇੱਕ ਵੱਡੀ ਜੰਗ ਹੋਣ ਵਾਲੀ ਹੈ
ਅਸੀਂ ਜਾਣਿਆ ਕਿ ਜਦੋਂ ਫਾਰਸ ਦੇ ਰਾਜੇ ਨੇ ਯਹੂਦੀਆਂ ਨੂੰ ਯਰੂਸ਼ਲਮ ਜਾ ਕੇ ਆਪਣੇ ਪਰਮੇਸ਼ਰ ਦੇ ਭਵਨ ਨੂੰ ਬਣਾਉਣ ਦਾ ਫਰਮਾਨ ਸੁਣਾਇਆ ਤਾਂ ਬਹੁਤ ਘੱਟ ਯਹੂਦੀ ਯਰੂਸ਼ਲਮ ਗਏ ਅਤੇ ਬਹੁਤ ਸਾਰੇ ਉੱਥੇ ਹੀ ਰੁਕ ਗਏ, ਜਦਕਿ ਇਹ ਸਾਰੇ ਆਪਣੀ ਗੁਲਾਮੀ ਦੇ ਸਮੇਂ ਯਰੂਸ਼ਲਮ ਨੂੰ ਵਾਪਸ ਜਾਣ ਦੀ ਇੱਛਾ ਰੱਖਦੇ ਸੀ। ਇਹਨਾਂ ਵਿੱਚੋਂ ਕੁਝ ਗੱਦਾਰ ਯਹੂਦੀਆਂ ਨੇ ਯਰੂਸ਼ਲਮ ਦੇ ਵਿੱਚ ਪਰਮੇਸ਼ਰ ਦੇ ਭਵਨ ਦੇ ਬਣਾਏ ਜਾਣ ਦਾ ਵਿਰੋਧ ਕੀਤਾ। ਇਹਨਾਂ ਸਾਰੀਆਂ ਗੱਲਾਂ ਕਰਕੇ ਦਾਨੀਏਲ ਨਬੀ ਬਹੁਤ ਹੀ ਉਦਾਸ ਸੀ ਅਤੇ ਆਪਣੇ ਦਿਲ ਦੇ ਵਿੱਚ ਲੜਾਈ ਲੜ ਰਿਹਾ ਸੀ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ। ਪਰਮੇਸ਼ਰ ਨੇ ਉਹਨਾਂ ਨੂੰ ਬੰਦਵਾਈ ਤੋਂ ਬਾਹਰ ਆਉਣ ਦਾ ਮੌਕਾ ਦਿੱਤਾ, ਪਰ ਉਹਨਾਂ ਨੇ ਉਸ ਦਾ ਫਾਇਦਾ ਨਾ ਚੁੱਕਿਆ। ਦੋਸਤੋ, ਅੱਜ ਵੀ ਪਰਮੇਸ਼ਰ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣੇ ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਦਾ ਮੌਕਾ ਦਿੰਦਾ ਹੈ। ਇਸ ਤੋਂ ਬਾਅਦ ਅਸੀਂ ਸਵਰਗ ਦੇ ਵਿੱਚ ਲੜਾਈ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਦਾਨੀਏਲ ਨੂੰ ਉਸ ਦੀ ਪ੍ਰਾਰਥਨਾ ਦਾ ਉੱਤਰ 21 ਦਿਨਾਂ ਬਾਅਦ ਮਿਲਿਆ। ਅਸੀਂ ਜਾਣਿਆ ਕਿ ਸਵਰਗਦੂਤ ਜਦੋਂ ਉਸ ਦੀ ਪ੍ਰਾਰਥਨਾ ਦਾ ਉੱਤਰ ਲੈ ਕੇ ਆ ਰਿਹਾ ਸੀ ਤਾਂ ਸ਼ੈਤਾਨ ਦੇ ਦੂਤ ਨੇ ਉਸ ਸਵਰਗਦੂਤ ਦੇ ਰਸਤੇ ਨੂੰ ਰੋਕ ਲਿਆ। ਆਕਾਸ਼ ਦੇ ਵਿੱਚ ਇੱਕ ਵੱਡੀ ਲੜਾਈ ਹੋਈ ਅਤੇ ਅਖੀਰ ਦੇ ਵਿੱਚ 21 ਦਿਨਾਂ ਬਾਅਦ ਦਾਨੀਏਲ ਨੂੰ ਉਸ ਦੀ ਪ੍ਰਾਰਥਨਾ ਦਾ ਉੱਤਰ ਮਿਲਿਆ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਅੱਜ ਦੇ ਵਚਨ ਦੇ ਲਈ, ਜਿਸ ਦੇ ਦੁਆਰਾ ਪ੍ਰਭੂ ਜੀ ਅਸੀਂ ਪ੍ਰਾਰਥਨਾ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਜਿਸ ਤਰ੍ਹਾਂ ਦਾਨੀਏਲ ਦੀ ਪ੍ਰਾਰਥਨਾ ਸੁਣੀ ਗਈ, ਤੁਸੀਂ ਸਾਡੀ ਵੀ ਪ੍ਰਾਰਥਨਾਵਾਂ ਨੂੰ ਸੁਣਦੇ ਹੋ। ਅਸੀਂ ਜਾਣਿਆ ਕਿ ਪ੍ਰਾਰਥਨਾ ਵਿੱਚ ਕਈ ਵਾਰੀ ਦੇਰੀ ਹੋ ਜਾਂਦੀ ਹੈ ਕਿਉਂਕਿ ਸ਼ੈਤਾਨ ਸਾਡੀ ਪ੍ਰਾਰਥਨਾਵਾਂ ਨੂੰ ਰੋਕ ਸਕਦਾ ਹੈ, ਪਰ ਸਾਨੂੰ ਕਦੇ ਵੀ ਆਪਣੇ ਭਰੋਸੇ ਨੂੰ ਤੁਹਾਡੇ ਉੱਤੇ ਕਮਜ਼ੋਰ ਨਹੀਂ ਕਰਨਾ ਚਾਹੀਦਾ। ਸਾਡਾ ਕਦੇ ਵੀ ਤੁਹਾਡੇ ਉੱਤੇ ਸ਼ੱਕ ਨਾ ਹੋਏ, ਬਲਕਿ ਪ੍ਰਭੂ ਜੀ ਅਸੀਂ ਆਪਣੇ ਭਰੋਸੇ ਵਿੱਚ ਮਜ਼ਬੂਤੀ ਨਾਲ ਖੜੇ ਰਹੀਏ ਔਰ ਆਪਣੀ ਪ੍ਰਾਰਥਨਾ ਦਾ ਇੰਤਜ਼ਾਰ ਕਰਦੇ ਰਹੀਏ। ਪ੍ਰਭੂ ਜੀ, ਤੁਸੀਂ ਸਾਡੇ ਸਾਰਿਆਂ ਨੂੰ ਆਸ਼ੀਸ਼ ਦੇਣ ਵਾਲੇ ਪ੍ਰਭੂ ਹੋ। ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।